ਵਾਹਿਗੁਰੂ ਜੀ ਕੀ ਫਤਿਹ। ਤ੍ਰੈਗੁਣ ਮਾਇਆ ਬ੍ਰਹਮ ਕੀ ਕੀਨੀ, ਕਹੋ ਕਵਨ ਬਿਦ ਤਰੀਆ ਰੇ। ਘੂਮਨ ਘੇਰ ਅਗਾਹ ਗਾਖਰੀ, ਗੁਰ ਸਬਦੀ ਪਾਰ ਉਤਰੀਆ ਰੇ। ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਜੋ ਆਪਾਂ ਅੱਜ ਆਪ ਜੀ ਦੇਖ ਰਹੇ ਹੋ, ਇਸ ਬੋਰਡ ਦੇ ਉੱਪਰ ਨਕਸ਼ਾ ਵੀ ਬਣਾਇਆ ਹੈ। ਕਹਿੰਦੇ ਨੇ ਤ੍ਰੈ ਗੁਣ ਦੀ ਜਿਹੜੀ ਮਾਇਆ ਹੈ, ਇਹ ਬ੍ਰਹਮ ਨੇ ਆਪ ਬਣਾਈ ਹੈ। ਇਹ ਜੋ ਉੱਪਰ ਆਪਾਂ ਦੇਖ ਰਹੇ ਹਾਂ, ਇਹ ਪਰਮੇਸ਼ਰ ਜੋ ਇਹ ਸਾਡੇ ਸਿਰ ਦੇ ਉੱਪਰ ਆ ਸਾਰਾ ਖਾਲੀ ਖਲਾ ਹੈ, ਮਾਲਕ ਆਪ ਨੇ। ਇਹ ਜਦੋਂ ਸਾਡਾ ਮਸਤਕ ਦੇ ਉੱਪਰਲਾ ਜਿਹੜਾ ਇਲਾਕਾ ਹੈ, ਇਸ ਨੂੰ ਦਸਮ ਘਰ ਕਹਿ ਦਿੱਤਾ ਗਿਆ, ਜਿਸ ਦੇ ਵਿੱਚ ਸਤਿਗੁਰ ਜੀ ਨਾਮ ਦਾ ਖਜ਼ਾਨਾ ਲਾ ਕੇ ਬੈਠੇ ਆ। ਜੋ ਆ ਸਾਡਾ ਮੁੱਖ ਦੇ ਨੀਚਲਾ ਆ ਕੰਠ ਤੋਂ ਨੀਚੇ ਦਾ ਜੋ ਨਾਭੀ ਤੱਕ ਦਾ ਇਲਾਕਾ ਹੈ, ਇਸ ਨੂੰ ਤ੍ਰੈਗੁਣ ਮਾਇਆ ਕਿਹਾ ਗਿਆ। ਇਸ ਦੇ ਵਿੱਚ ਮਾਇਆ ਦਾ ਪਸਾਰਾ ਚੱਲਦਾ ਹੈ। ਵੈਸੇ ਤਾਂ ਸਾਰਾ ਸਰੀਰ, ਇਹ ਸਰੀਰ ਕੂੜ ਕੁਸਤ ਭਰਿਆ, ਗਲ ਤਾਈਂ ਪਾਪ ਕਮਾਏ। ਸਰਵਰ ਹੰਸਾ ਕਾਲ ਸਰੀਰ, ਸਰੀਰ ਹੀ ਸਾਰਾ ਮਾਇਆ ਦਾ ਬਣਿਆ ਹੋਇਆ ਹੈ। ਪਰ ਜਿਹੜੀ ਮਹਾਰਾਜ ਨੇ ਕਹੀ ਤ੍ਰੈਗੁਣ ਮਾਇਆ ਬ੍ਰਹਮ ਕੀ ਕੀਨੀ, ਕਹੋ ਕਿਵੇਂ ਬਿਦ ਤਰੀਆ ਰੇ, ਉਹ ਐਸ ਆ ਸਾਡੇ ਕੰਠ ਤੋਂ ਨੀਚੇ ਜਿਹੜਾ ਤੁਸੀਂ ਬੋਰਡ ਤੇ ਦੇਖ ਰਹੇ ਹੋ, ਇਸ ਇਲਾਕੇ ਦੇ ਵਿੱਚ ਹੈ, ਜਿਸ ਨੂੰ ਕਿਹਾ ਗਿਆ ਰਜਗੁਣ, ਤਮਗੁਣ, ਸਤਗੁਣ ਕਹੀ ਹੈ। ਇਹ ਤੇਰੀ ਸਭ ਮਾਇਆ। ਇਹ ਇੰਨੇ ਇਲਾਕੇ ਦੇ ਵਿੱਚ ਹੀ ਆਪਾਂ ਕਿਉਂ ਮਾਇਆ ਨੂੰ ਬਣਾਇਆ? ਕਿਉਂਕਿ ਜੋ ਫੁਰਨਿਆਂ ਦਾ ਪਸਾਰਾ ਚੱਲਦਾ ਹੈ, ਸਾਡੇ ਸਰੀਰ ਨੂੰ ਇੱਕ ਰੁੱਖ ਦਾ ਨਾਮ ਦੇ ਦਿੱਤਾ ਗਿਆ ਹੈ। ਫੁਰਨਿਆਂ ਦਾ ਜੋ ਪਸਾਰਾ ਚੱਲਦਾ ਹੈ, ਉਹ ਆ ਕੰਠ ਤੋਂ ਲੈ ਕੇ ਨਾਭ ਘਾਟ ਦਾ ਜੋ ਇਲਾਕਾ ਹੈ, ਇਹਦੇ ਵਿੱਚ ਇਹ ਭਵਜਲ ਦਾ ਜਿਹੜਾ ਅਸੀਂ ਪਾਰ ਕਰਨਾ ਹੁੰਦਾ ਹੈ। ਆ ਜੋ ਕੰਠ ਤੋਂ ਲੈ ਕੇ ਨਾਭ ਘਾਟ ਤੱਕ ਦਾ ਇਲਾਕਾ ਹੈ, ਦੋ ਸਿਰਿਆਂ ਦਾ ਇਲਾਕਾ ਹੈ। ਇੱਥੋਂ ਪੌਣ ਅੰਦਰ ਜਾ ਰਹੀ ਹੈ, ਨਾਭੀ ਤੋਂ ਵਾਪਸ ਆ ਰਹੀ ਹੈ। ਇਹ ਜੋ ਸਾਡੇ ਸਰੀਰ ਦਾ ਏਰੀਆ ਹੈ, ਇਹਨੂੰ ਅਸੀਂ ਗੁਰ ਮੰਤਰ, ਵਾਹਿਗੁਰੂ ਸ਼ਬਦ, ਰਾਮ ਸ਼ਬਦ, ਹਰੀ ਸ਼ਬਦ, ਅੱਲਾ ਸ਼ਬਦ ਦੁਆਰਾ ਪਾਰ ਕਰਨਾ ਹੁੰਦਾ। ਦੂਸਰਾ ਜੋ ਸੂਖਮ ਭਵਜਲ ਹੈ, ਉਹ ਆ ਜਿੱਥੇ ਜਾ ਕੇ ਤ੍ਰੈਗੁਣ ਅਤੇ ਦਸਵੇਂ ਘਰ ਦਾ ਸੰਯੋਗ ਬਣਦਾ ਹੈ। ਇਹ ਸੰਯੋਗ ਤੇ ਜਿੱਥੇ ਪੌਣ ਖਤਮ ਹੁੰਦੀ ਹੈ, ਦਸਵੇਂ ਘਰ ਦੀ ਹੱਦਬੰਦੀ ਸ਼ੁਰੂ ਹੁੰਦੀ ਹੈ, ਇਸ ਹੱਦਬੰਦੀ ਦੇ ਵਿੱਚ ਇੱਥੇ ਭਵਜਲ ਹੈ ਸੂਖਮ, ਜੋ ਕਿ ਸਾਡਾ ਸਾਰਾ ਇਸ ਮਸਤਕ ਦੇ, ਜੇਕਰ ਅਸੀਂ ਐਸ ਜਿੱਥੇ ਪੌਣ ਦੀ ਹੱਦਬੰਦੀ ਖਤਮ ਹੋ ਗਈ, ਸੁੰਨ ਦੀ ਹੱਦਬੰਦੀ ਸ਼ੁਰੂ ਹੋ ਗਈ, ਜੇ ਇੱਥੋਂ ਅਸੀਂ ਨਾਮ ਸ਼ਬਦ ਨੂੰ, ਸਤਨਾਮ ਪ੍ਰਭ ਕਾ ਸੁਖਦਾਈ, ਜੇ ਨਾਮ ਸ਼ਬਦ ਨੂੰ ਨਾ ਪਕੜਾਂਗੇ ਤੇ ਆਹ ਦੂਸਰਾ ਜੋ ਸੂਖਮ ਭਵਜਲ ਹੈ ਸਾਡੇ ਮਸਤਕ ਦੇ ਨੀਚੇ, ਇਹਦੇ ਵਿੱਚ ਡੁੱਬ ਜਾਵਾਂਗੇ। ਭਵਜਲ ਬਿਖਮ ਡਰਾਵਣੋ, ਕੰਧੀ ਦਿਸੇ ਨਾ ਪਾਰ। ਇਹਨੂੰ ਡਰਾਉਣਾ ਭਵਜਲ ਕਿਹਾ ਗਿਆ, ਜਿਹਦੇ ਵਿੱਚ ਕੋਈ ਪਤਾ ਨਹੀਂ ਵੀ ਕਿਹੜਾ ਖੇਲ ਕਿੱਧਰ ਨੂੰ ਚੱਲਦਾ ਹੈ। ਸਾਡਾ ਮਨ ਇਹਦੇ ਵਿੱਚ ਗੁਪਤ ਹੋ ਜਾਂਦਾ ਹੈ। ਆਹ ਜਿਹੜਾ ਮਸਤਕ ਤੋਂ ਲੈ ਕੇ ਨਾਭੀ ਤੱਕ ਦਾ, ਆਹ ਸਾਡੇ ਮਸਤਕ ਤੋਂ ਨਾਭੀ ਤੱਕ ਦਾ ਇਹ ਏਰੀਆ ਜਿਹਦੇ ਵਿੱਚ ਪੌਣ ਚੱਲਦੀ ਹੈ, ਇਹਨੂੰ ਅਸੀਂ ਗੁਰਮੰਤਰ ਸ਼ਬਦ ਦੀ ਧੁਨ ਦੇ ਵਿੱਚ ਧਿਆਨ ਕਰਕੇ ਪਾਰ ਕਰ ਸਕਦੇ ਹਾਂ। ਪਰ ਜੋ ਆ ਸੂਖਮ ਭਵਜਲ ਹੈ, ਸੂਖਮ ਮਾਇਆ, ਜਿਹਦੇ ਵਿੱਚ ਸਾਨੂੰ ਰਾਤ ਨੂੰ ਸੁਪਨੇ ਆਉਂਦੇ ਆ, ਅਣਚਾਹੇ ਵਿਚਾਰ ਆਉਂਦੇ ਆ, ਜਿੱਥੇ ਅਸੀਂ ਗੁਰਮੰਤਰ ਵੀ, ਗਿਆਨ ਵੀ, ਧਿਆਨ ਵੀ, ਆਪਦਾ ਸਰੀਰ ਤੱਕ ਭੁੱਲ ਜਾਂਦੇ ਹਾਂ। ਕਈ ਵਾਰੀ ਗੁਰਮੁਖ ਕਹਿੰਦੇ ਆ ਵੀ ਰਾਤ ਨੂੰ ਜਦੋਂ ਨੀਂਦ ਦੇ ਵਿੱਚ ਅਸੀਂ ਦੁਬਾਰਾ ਸਰੀਰ ਦੇ ਵਿੱਚ ਆਉਂਦੇ ਹਾਂ, ਉੱਠਣ ਤੋਂ ਪਹਿਲਾਂ ਸਾਡਾ ਸਰੀਰ ਵੀ ਨਹੀਂ ਹਿੱਲਦਾ ਹੁੰਦਾ,
ਤੇ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਸਰੀਰ ਹਿੱਲ ਨਹੀਂ ਰਿਹਾ, ਕੋਈ ਸੁਪਨਾ ਚੱਲਦਾ, ਸਾਡੇ ਤੇ ਭਾਰ ਪੈਂਦਾ ਹੈ, ਸਾਡੇ ਤੇ ਦਾਬ ਪੈਂਦੀ ਹੈ। ਉਹ ਐਸ ਭਵਜਲ ਦੇ ਵਿੱਚ ਸਾਡਾ ਮਨ ਫਸਿਆ ਹੁੰਦਾ ਹੈ। ਨਾ ਇੱਥੇ ਜਲ ਹੈ, ਨਾ ਪੌਣ ਹੈ, ਨਾ ਪਾਣੀ ਹੈ। ਇਹਨਾਂ ਦਾ ਸੂਖਮ ਜਿਹੜਾ ਭਾਵ ਹੈ ਉਹ ਇੱਥੇ ਵਰਤਦਾ ਹੈ। ਤਿੱਥੇ ਪਵਨ ਨਾ ਪਾਵਕੋ, ਨਾ ਜਲ ਨਾ ਆਕਾਰ, ਤਿੱਥੇ ਸੱਚਾ ਸੱਚ ਨਾਏ, ਭਵਜਲ ਤਾਰਨ ਹਾਰ। ਗੁਰਮੁਖ ਲੰਘੇ ਸੇ ਪਾਰ ਪਏ, ਆਵਾ ਗਉਣ ਨਿਵਾਏ। ਇੱਥੇ ਜਿਹੜਾ ਹੈ ਭਵਜਲ ਬਿਖਮ ਡਰਾਵਣੋ, ਕੰਧੀ ਦਿਸੇ ਨਾ ਪਾਰ। ਇਹਦੇ ਵਿੱਚ ਜਿਹੜਾ ਡਰਾਉਣਾ ਭਵਜਲ ਹੈ, ਸਵੇਰੇ ਜਿਹੜਾ ਅਸੀਂ ਗੁਰਮੰਤਰ ਹੁਣ ਕਰ ਲਿਆ, ਤੁਸੀਂ ਸਾਡੇ ਤੋਂ ਗਿਆਨ ਸੁਣਿਆ, ਗੁਰਬਾਣੀ ਦਾ ਗਿਆਨ ਸੁਣਿਆ, ਸਾਧ ਸੰਗਤ ਦੇ ਵਿੱਚ ਗਿਆਨ ਸੁਣਿਆ, ਸਾਧੂਆਂ ਦੇ ਬਚਨ ਸੁਣੇ, ਉਹ ਸੁਣ ਕੇ ਗਿਆਨ ਦੁਆਰਾ, ਸਿਮਰਨ ਦੁਆਰਾ ਆ ਜਿਹੜਾ ਸਾਡਾ ਸਰੀਰ ਹੈ ਇਹ ਸ਼ਾਂਤ ਹੋ ਜਾਂਦਾ। ਪਰ ਜੋ ਮਸਤਕ ਦੇ ਨੀਚੇ ਵਾਲਾ ਏਰੀਆ ਹੈ, ਜਿੱਥੇ ਜਾ ਕੇ ਤੁਸੀਂ ਕਹਿੰਦੇ ਹੋ ਵੀ ਨੀਂਦ ਆ ਗਈ, ਜਿੱਥੇ ਤੱਕ ਤੁਸੀਂ ਕਹਿੰਦੇ ਹੋ ਵੀ ਸੁਪਨਾ ਚੱਲ ਪਿਆ, ਸਾਨੂੰ ਨੀਂਦ ਆ ਗਈ, ਸਾਡਾ ਸਰੀਰ ਬਿਲਕੁਲ ਅਸੀਂ ਭੁੱਲ ਗਏ, ਸਾਨੂੰ ਉੱਥੇ ਪਤਾ ਨਹੀਂ ਲੱਗਦਾ ਜੀ ਫਿਰ ਅਸੀਂ ਕੀ ਕਰੀਏ। ਜੋ ਸਾਨੂੰ ਧੁਨ ਸੁਣਾਈ ਦੇ ਰਹੀ ਸੀਗੀ ਆ ਸਾਡੇ ਸਰਵਣਾਂ ਦੇ ਵਿੱਚ, ਅਨਹਦ ਜਿਹੜਾ ਵੱਜ ਰਿਹਾ ਸੀ, ਇਹ ਜਦੋਂ ਰਾਤ ਨੂੰ ਅਸੀਂ ਇਸ ਸਰੀਰ ਨੂੰ, ਜਾਂ ਵੈਸੇ ਵੀ ਅਸੀਂ ਸਮਾਧ ਵਿੱਚ ਕਈ ਵਾਰੀ ਬੈਠੇ ਹੁੰਦੇ ਹਾਂ, ਛੱਡਿਆ, ਅਨਹਦ ਵੀ ਸੁਣਨਾ ਬੰਦ ਹੋ ਗਿਆ। ਗੁਰਮੰਤਰ ਜੋ ਅਸੀਂ ਬੋਲ ਰਹੇ ਸੀ, ਗੁਰਮੰਤਰ ਵੀ ਜਪਣਾ ਬੰਦ ਹੋ ਗਿਆ। ਜੋ ਗਿਆਨ ਸਾਡੇ ਮਨ ਦੇ ਵਿੱਚ ਵਸਿਆ ਹੋਇਆ ਸੀ, ਗਿਆਨ ਵੀ ਸਾਨੂੰ ਬੰਦ ਹੋ ਗਿਆ। ਹੁਣ ਕੀ ਕਰੀਏ? ਆਹ ਸਰੀਰ ਤਾਂ ਖੜ ਗਿਆ। ਸਰੀਰ ਹੈ ਤੇ ਗੁਰਮੰਤਰ ਜਪ ਸਕਦੇ ਹਾਂ, ਸਰੀਰ ਹੈ ਤੇ ਗਿਆਨ ਸੁਣ ਸਕਦੇ ਹਾਂ, ਸਰੀਰ ਹੈ ਜਾਂ ਬਾਣੀ ਪੜ੍ਹ ਸਕਦੇ ਹਾਂ, ਸਰੀਰ ਹੈ ਤੇ ਸੰਗਤ ਕਰ ਸਕਦੇ ਹਾਂ। ਜਦੋਂ ਸਰੀਰ ਚੋਂ ਹੀ ਬਾਹਰ ਕੱਢਤਾ, ਆ ਭਵਜਲ ਦੇ ਵਿੱਚ ਚਲੇ ਗਿਆ। ਜੇ ਇੱਥੋਂ ਦਰ ਦੇ ਉੱਤੋਂ ਆਪਾਂ ਆਸ ਪਰਮੇਸ਼ਰ ਦਾ ਜਿਹੜਾ ਅਨਾਹਦ ਰੂਪੀ ਨਾਮ ਚੱਲਦਾ ਹੈ, ਨਾਮ ਨੂੰ ਆਪਾਂ ਸੁਰਤੀ ਜੋੜੀ ਹੁੰਦੀ, ਨਾਮ ਨੂੰ ਜੇ ਆਪਾਂ ਪ੍ਰਪੱਖ ਕਰ ਲਾਂਗੇ ਤੇ ਜਿਹੜਾ ਆ ਮਸਤਕ ਦੇ ਨੀਚੇ ਸੂਖਮ ਭਵਜਲ ਹੈ, ਇਹਦੇ ਵਿੱਚ ਮਨ ਨਹੀਂ ਡੁੱਬੇਗਾ। ਮਨ ਇੱਥੋਂ ਗੁਰਮੁਖ ਲੰਘੇ ਸੇ ਪਾਰ ਪਏ, ਇੱਥੋਂ ਪਾਰ ਹੋ ਕੇ ਪਰਮੇਸ਼ਰ ਦੇ ਵਿੱਚ, ਪ੍ਰਕਾਸ਼ ਦੇ ਵਿੱਚ ਚਲਾ ਜਾਏਗਾ। ਨਿਜ ਘਰ ਮਹਿਲ ਪਾਵੋ ਸੁਖ, ਸਹਿਜੇ ਬੌਰ ਨਾ ਹੋਈਗੋ ਫੇਰਾ, ਉੱਥੇ ਚਲਾ ਜਾਏਗਾ। ਹੁਣ ਸਾਡੇ ਮਨ ਨੂੰ ਨਿਜ ਘਰ ਦਾ ਭੇਤ ਨਹੀਂ, ਥਿਰ ਘਰ ਦਾ ਭੇਤ ਨਹੀਂ, ਮਹਿਲ ਦਾ ਭੇਤ ਨਹੀਂ, ਸੂਖਮ ਅਨਹਦ ਨਾਮ ਦਾ ਭੇਤ ਨਹੀਂ, ਸਹਿਜ ਸੁਭਾਅ ਚੱਲਦਾ ਪਿਆ ਖੇਲ। ਐਸਾ ਖੇਲ ਚੱਲਦਾ ਪਿਆ ਜਿਸ ਨੂੰ ਨਾ ਬੁੱਝ ਸਕਦਾ ਹੈ ਸੰਸਾਰ। ਮਾਲਕ ਨੇ ਇੱਥੋਂ ਮਸਤਕ ਤੇ ਸਾਡੇ ਬੈਠੇ ਹੈ, ਕਾਲ ਨੇ ਸ਼ਰਾਰਤ ਕਰਕੇ ਇੱਥੋਂ ਦਰ ਬੰਦ ਕਰ ਦਿੱਤਾ ਹੈ। ਦਰ ਤੋਂ ਨੀਚੇ ਦਾ ਸਾਰਾ ਅਸੀਂ ਗਿਆਨ ਲੈ ਰਹੇ ਹਾਂ, ਸੰਸਾਰ ਦਾ ਗਿਆਨ ਲੈ ਰਹੇ ਹਾਂ ਅਸੀਂ। ਕੋਈ ਐਸ ਦਰ ਨੂੰ ਖੋਲਣ ਦੀ ਵਿਚਾਰ ਹੀ ਨਹੀਂ ਸਾਨੂੰ ਦੱਸ ਰਿਹਾ ਵੀ ਆਹ ਦਰ ਤੋਂ ਖੋਲ ਕੇ ਉੱਪਰ ਪ੍ਰਕਾਸ਼ ਹੈ ਸਾਡੇ ਅੰਦਰ। ਇਹ ਸਰੀਰ 9 ਦਰਵਾਜ਼ਿਆਂ ਦਾ ਨਹੀਂ, 10 ਦਾ ਬਣਿਆ, ਤੇ 10ਵੇਂ 'ਚ ਜਾਈਏ ਕਿਵੇਂ? ਅਨਾੜੀ ਸੰਤਾਂ ਨੂੰ ਪੁੱਛਦੇ ਆ, ਉਹਨਾਂ ਨੂੰ ਭੇਤ ਨਹੀਂ, ਉਹ ਗੱਲ ਨੂੰ ਗੁੰਝਲਦਾਰ ਬਣਾ ਦਿੰਦੇ ਆ ਵੀ 10ਵੇਂ ਵਿੱਚ ਜਾਣਾ ਕਿਹੜਾ ਸੌਖਾ ਹੈ ਜੀ, 10ਵਾਂ ਦੁਆਰ ਇਸ ਤਰ੍ਹਾਂ ਨਹੀਂ ਖੁੱਲਦਾ, 10ਵਾਂ ਦੁਆਰ ਉਸ ਤਰ੍ਹਾਂ ਨਹੀਂ ਖੁੱਲਦਾ। ਗੁਰਬਾਣੀ ਵਿੱਚ ਸਾਰਾ ਭੇਤ ਦੱਸਿਆ ਹੋਇਆ ਵੀ ਮਹਾਰਾਜ ਕਹਿੰਦੇ ਵੀ ਬਾਣੀ ਦੇ ਵਿੱਚ ਵੀ 10ਵਾਂ ਘਰ ਜੇ ਤੁਸੀਂ ਖੋਲ੍ਹਣਾ ਚਾਹੁੰਦੇ ਤੇ ਖੁੱਲੂਗਾ ਕਿਵੇਂ? ਤੇ ਬਾਣੀ ਆਪਾਂ ਵਿਚਾਰੀ ਨਹੀਂ। ਮਹਾਰਾਜ ਕਹਿੰਦੇ ਪਏ ਨੇ ਖੱਟ ਨੇਮ ਕਰ ਕੋਠੜੀ ਬੰਨ੍ਹਦੀ। ਹੁਣ ਖੱਟ ਕੀ ਹੋ ਗਿਆ ਜੀ? ਜੋ ਇਹਦੇ ਵਿੱਚ ਸੁਖਮਨ ਦੇ ਵਿੱਚ ਆ ਈੜਾ ਨਾੜੀ ਹੈ, ਵਿਚਕਾਰ ਸੁਖਮਨ ਨਾੜੀ ਹੈ, ਤੇ ਸੂਰਜਵਾੜੀ ਨੂੰ ਪਿੰਗਲਾ ਕਹਿ ਦਿੱਤਾ ਗਿਆ, ਤੇ ਇੱਥੇ ਖੱਟ ਚੱਕਰ ਬਣਾ ਦਿੱਤੇ ਗਏ। ਆ ਜੋ ਸਾਡੀ ਰੀੜ੍ਹ ਦੀ ਹੱਡੀ ਦੇ ਨਾਲ 6 ਗੋਲਾਕਾਰ ਥੰਮ ਬਣਾਏ ਗਏ ਨੇ ਸਾਡੀ ਰੀੜ੍ਹ ਦੀ ਹੱਡੀ ਤੇ, ਜਿਨ੍ਹਾਂ ਵਿੱਚ ਖੱਟ ਚੱਕਰ ਕਿਹਨੂੰ ਕਿਹਾ ਜਾਂਦਾ ਹੈ? ਜਿੱਥੇ ਈੜਾ, ਚੰਦ ਦੀ ਨਾੜੀ, ਪਿੰਗਲਾ, ਸੂਰਜ ਦੀ ਨਾੜੀ ਤੇ ਸੁਖਮਨ, ਜਿੱਥੇ ਇਹ ਤਿੰਨੇ ਸੰਗਮ ਕਰਦੀਆਂ ਨੇ, ਉਹਨਾਂ ਨੂੰ ਖੱਟ ਚੱਕਰ ਕਿਹਾ ਜਾਂਦਾ। ਤੇ ਇਹ 6, ਜਿਸ ਤਰ੍ਹਾਂ ਆਪਾਂ ਕੋਈ ਮਕਾਨ ਬਣਾਉਣੇ ਆ 4 ਦਿਸ਼ਾਵਾਂ ਦੇ ਵਿੱਚ, ਅੱਜ ਜਿਸ ਤਰ੍ਹਾਂ ਤੁਸੀਂ ਬੈਠੇ ਹੋ, ਇਹਦੇ ਆਪਾਂ ਚਾਰੇ ਦਿਸ਼ਾਵਾਂ ਦੇ ਵਿੱਚ ਇੱਕ ਇੱਕ ਦੀਵਾਰ ਲਾਈ ਹੈ, ਉੱਪਰ ਛੱਤ ਪਾਈ ਹੈ। ਇਸੇ ਤਰ੍ਹਾਂ ਮਾਲਕ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਜਿਹੜਾ ਤੁਹਾਡਾ ਸਰੀਰ ਹੈ, ਇਹਨੂੰ ਖਿਡਾਉਣ ਵਾਸਤੇ 6 ਗੋਲਾਕਾਰ ਥੰਮ ਲਾਏ ਗਏ ਨੇ। ਖੱਟ ਨੇਮ ਕਰ ਕੋਠੜੀ ਬੰਨ੍ਹਦੀ,
ਬਸਤ ਅਨੂਪ ਵਿੱਚ ਪਾਈ। ਇਹਦੇ ਵਿੱਚ 10 ਦੁਆਰਿਆਂ ਦਾ ਸਰੀਰ ਬਣਾਇਆ। ਖੱਟ, ਇਹ ਖੱਟ ਚੱਕਰਾਂ ਦੇ ਰਾਹੀਂ ਇਹਦਾ ਸੰਪਰਕ ਬਣਾਇਆ। ਜੇ ਖੱਟ ਚੱਕਰ ਨਾ ਹੋਣ ਸਰੀਰ ਚੱਲੇਗਾ ਹੀ ਨਹੀਂ। ਈੜਾ ਚੰਦਰਮਾ ਦੀ ਨਾੜੀ ਹੈ, ਪਿੰਗਲਾ ਸੂਰਜ ਦੀ ਨਾੜੀ ਹੈ। ਜੇ ਵਿੱਚ ਨਾਮ ਨਾ ਆਏਗਾ, ਨਾਮ ਸੂਖਮ ਦੇ ਵਿੱਚ ਚੱਲ ਰਿਹਾ ਹੈ, ਸੂਖਮ ਤੋਂ ਸਾਡੇ ਸਰੀਰ ਦੇ ਵਿੱਚ ਸੁਖਮਣ ਦੇ ਰਾਹੀਂ ਪ੍ਰਵੇਸ਼ ਹੋ ਰਿਹਾ। ਤੇ ਜੇ ਨਾਮ ਨਾ ਹੋਵੇ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਏ ਨੇ, ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰਿਆਓ, ਜੇਤਾ ਕੀਤਾ ਤੇਤਾ ਨਾਉ ਵਿਣ ਨਾਵੇਂ ਨਾਹੀ ਕੋ ਥਾਉ। ਜੇ ਨਾਦ ਨਾ ਚੱਲੇਗਾ ਤੇ ਸਰੀਰ ਕਿਵੇਂ ਚੱਲੇਗਾ? ਪਾਉਣ ਦੀ ਤਾਂ ਕੋਈ ਹੋਂਦ ਨਹੀਂ ਹੈਗੀ। ਨਾਦ ਅਤੇ ਪੌਣ ਦੋਨੋਂ ਮਾਲਕ ਦੇ ਪ੍ਰਕਾਸ਼ ਦੇ ਵਿੱਚੋਂ ਨਿਕਲ ਰਹੇ ਨੇ। ਜਿਵੇਂ ਮਹਾਰਾਜ ਕਹਿੰਦੇ, ਧਰਤੀ ਹੋਰ ਪਰੇ ਹੋਰ, ਹੋਰ ਤਿਸਤੇ ਭਾਰ ਤਲੇ ਕਵਣ ਜੋਰ। ਬਹੁਤ ਸਾਰੀਆਂ ਧਰਤੀਆਂ ਨੇ, ਉਹਨਾਂ ਨੂੰ ਥੱਲੋਂ ਕੌਣ ਫੜ ਕੇ ਖੜਾ? ਇੰਨਾ ਭਾਰ ਹੈ ਧਰਤੀ ਦਾ, ਕਿੰਦੇ ਜ਼ੋਰ ਤੇ ਉਹ ਧਰਤੀ ਦਾ ਭਾਰ ਖੜਾ? ਧਰਤੀ ਹੋਰ ਪਰੇ ਹੋਰ, ਹੋਰ ਤਿਸਤੇ ਭਾਰ ਤਲੇ ਕਵਣ ਜੋਰ। ਕਿਹੜੇ ਜ਼ੋਰ ਤੇ ਉਹ ਖੜੀ ਹੈ? ਸਾਰੀ ਖਾਲੀ ਦੇ ਵਿੱਚ ਧਰਤੀ ਜਾ ਰਹੀ। ਤੇ ਮਹਾਰਾਜ ਕਹਿੰਦੇ, ਜੀ ਜਾਤ ਰੰਗਾ ਕੇ ਨਾਮ ਸਭਨਾ ਲਿਖਿਆ ਵੂੜੀ ਕਲਾਮ। ਇੱਥੇ ਲਿਖਿਆ ਹੋਇਆ, ਇਹ ਲੇਖਾ ਲਿਖ ਜਾਣਾ। ਕੋਈ ਜੇ ਬਹੁਤਾ ਕਹੀਏ ਬਹੁਤਾ ਹੋਏ। ਇਹ ਜਿਹੜਾ ਲੇਖਾ ਹੈ ਇਹਨੂੰ ਕੋਈ ਸਮਝ ਨਹੀਂ ਸਕਦਾ। ਤੇ ਮਹਾਰਾਜ ਕਹਿੰਦੇ, ਖੱਟ ਨੇਮ ਕਰ ਕੋਠੜੀ ਬਾਂਧੀ, ਬਸਤ ਅਨੂਪ ਵਿੱਚ ਪਾਈ, ਕੁੰਜੀ ਕੁਲਫ ਪ੍ਰਾਣ ਕਰ ਰਾਖੇ, ਕਰਤੇ ਬਾਰ ਨਾ ਲਾਈ, ਅਬ ਮਨ ਜਾਗਤ ਰਹੋ ਰੇ ਭਾਈ। ਕਹਿੰਦੇ ਕੁੰਜੀ ਖੱਟ ਨੇਮ ਕਰ, 6 ਖੱਟ ਚੱਕਰਾਂ ਦਾ ਥੰਮ ਬਣਾ ਕੇ ਸਰੀਰ ਨੂੰ ਬਣਾ ਦਿੱਤਾ ਹੈ। ਇਹਦੇ ਵਿੱਚ ਬਸਤ ਅਨੂਪ ਰੱਖ ਦਿੱਤੀ ਹੈ। 9 ਦਰਵਾਜ਼ਿਆਂ ਤੋਂ ਉੱਪਰ 10ਵੇਂ ਘਰ ਦੇ ਵਿੱਚ ਉੱਥੇ ਤਾਲਾ ਲਾ ਦਿੱਤਾ ਹੈ। ਸਿਰਫ ਇੰਨਾ ਹੀ ਫਰਕ ਹੈ, ਸਾਡੀ ਜਿਹੜੀ ਦ੍ਰਿਸ਼ਟੀ ਹੈ ਉਹ ਅਰਧ ਦੇ ਵਿੱਚ ਹੈ, ਮਾਲਕ ਜਿਹੜਾ ਹੈ ਉਹ ਉਰਧ ਦੇ ਵਿੱਚ। ਅਰਧ ਆਪਾਂ ਕਹਿ ਸਕਦੇ ਹਾਂ ਨੀਚੇ ਦਾ ਪੋਰਸ਼ਨ, ਜਾਂ ਸਾਹਮਣਾ ਜਾਂ ਨੀਚੇ ਦਾ। ਅੱਖ ਜਦੋਂ ਸਾਹਮਣਾ ਦੇਖੇਗੀ ਜਾਂ ਨੀਚੇ ਦੇਖੇਗੀ ਅਰਧ ਹੈ, ਤੇ ਉਰਧ ਦੇਖੇਗਾ ਅਪਰ ਪੋਰਸ਼ਨ। ਮਹਾਰਾਜ ਕਹਿੰਦੇ ਵੀ ਇੱਥੇ ਅਸੀਂ ਇਹਦੇ ਤੋਂ ਨੀਵਾਂ ਦੇਖਦੇ ਹਾਂ, ਥੱਲੇ ਸਾਰਾ ਸੰਸਾਰ ਦੇਖਦੇ ਹਾਂ, ਤੇ ਮਾਲਕ ਕਹਿੰਦੇ ਸਾਰੇ ਤੋਂ ਉੱਪਰ ਬੈਠਾ। ਹੁਣ ਜਦੋਂ ਅਸੀਂ ਨੇਤਰ ਬੰਦ ਕਰ ਲੈਂਦੇ ਹਾਂ ਤੇ ਸਾਡੀਆਂ ਨੇਤਰਾਂ ਨੂੰ ਸਹਿਜ ਸੁਭਾਏ ਉੱਪਰ ਕਰ ਦਿੱਤਾ ਜਾਂਦਾ ਹੈ। ਰਾਤ ਨੂੰ ਤੁਸੀਂ ਦੇਖੋ, ਕਦੇ ਕੋਈ ਬੱਚਾ ਸੁੱਤਾ ਹੈ, ਕੋਈ ਵੱਡਾ ਸੁੱਤਾ ਹੈ, ਉਹਦੇ ਨੇਤਰਾਂ ਨੂੰ ਜਦੋਂ ਸੁੱਤਾ ਹੋਵੇ ਹਲਕਾ ਜਿਹਾ ਚੱਕ ਕਰਕੇ ਦੇਖ ਲਿਓ, ਉਹਦੇ ਉਰਧ ਕੀਤੇ ਹੁੰਦੇ ਆ, ਨੇਤਰ ਉੱਪਰ ਨੂੰ ਚਲੇ ਹੁੰਦੇ ਆ। ਕਿਉਂਕਿ ਉਰਧ ਦੇ ਵਿੱਚ ਸੁੰਨ ਹੈ, ਸੁੰਨ ਦੇ ਵਿੱਚੋਂ ਹੀ ਮਨ ਆਉਂਦਾ ਹੈ, ਸੁੰਨ ਤੋਂ ਉੱਪਰ ਪ੍ਰਕਾਸ਼ ਵਿੱਚ ਚਲਾ ਜਾਂਦਾ ਹੈ, ਪ੍ਰਕਾਸ਼ ਤੋਂ ਰੋਜ਼ ਦਾ ਰੋਜ਼ ਫਿਰ ਸੁੰਨ ਵਿੱਚ ਆ ਕੇ ਫਿਰ ਸਰੀਰ ਵਿੱਚ ਆ ਜਾਂਦਾ। ਸਰੀਰ ਵਿੱਚ ਜਦੋਂ ਆ ਜਾਂਦਾ ਹੈ, ਇਹ ਸਰੀਰ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਉਦੋਂ ਤੋਂ ਲੈ ਕੇ ਗਿਆਨ ਧਿਆਨ ਸਾਰੀ ਗੱਲਬਾਤ ਯਾਦ ਹੈ ਸ਼ਾਮ ਤੱਕ ਦੀ। ਜਦੋਂ ਸਰੀਰ ਤੋਂ ਉੱਪਰ ਚਲਾ ਗਿਆ ਉਰਧ ਵਿੱਚ, ਇੱਥੇ ਤਾਲਾ ਲੱਗਾ ਹੋਇਆ, ਆਪ ਖੋਲ ਨਹੀਂ ਸਕਦਾ। ਕੁਦਰਤੀ ਤੌਰ ਤੇ ਕਾਲ ਨੂੰ ਹੁਕਮ ਲਾਇਆ, ਕਾਲ ਪ੍ਰਕਾਸ਼ ਰੂਪੀ ਉਹਨੂੰ ਘਰ ਭੇਜ ਦਿੰਦਾ, ਇੱਥੋਂ ਵਾਪਸ ਚਲਾ ਜਾਂਦਾ। ਮਹਾਰਾਜ ਕਹਿੰਦੇ, ਖੱਟ ਨੇਮ ਕਰ ਕੋਠੜੀ ਪਾਂਦੀ, ਬਸਤ ਅਨੂਪ ਵਿੱਚ ਪਾਈ, ਕੁੰਜੀ ਕੁਲਫ ਪ੍ਰਾਣ ਕਰ ਰਾਖੇ, ਕਰਤੇ ਬਾਰ ਨਾ ਲਾਈ, ਅਬ ਮਨ ਜਾਗਤ ਰਹੋ ਰੇ ਭਾਈ, ਗਾਵਲ ਹੋ ਕੇ ਜਨਮ ਗਵਾਇਓ, ਚੋਰ ਮੂਸੇ ਘਰ ਜਾਈ। ਇੱਥੇ ਤਾਲਾ ਲੱਗਾ ਹੋਇਆ, ਕਾਲ ਨੇ ਇੱਥੇ ਪਾਉਣ ਦਾ ਜਿਹੜਾ ਬੈਲੈਂਸ ਵਿਗਾੜਦਾ, ਇਹ ਤਾਲਾ ਲੱਗ ਗਿਆ। ਇਹਦੇ ਵਿੱਚ ਕਹਿੰਦੇ ਨੇ ਕੁੰਜੀ ਵੀ ਇੱਥੇ ਹੀ ਰੱਖੀ ਹੋਈ ਹੈ। ਕੁੰਜੀ ਆ ਜੇ ਤਾਲਾ ਹੈ, ਇਹ ਪਾਉਣ ਦਾ ਬੈਲੈਂਸ ਵਿਗੜਨ ਕਰਕੇ ਤਾਲਾ ਲੱਗਿਆ ਹੋਇਆ ਹੈ। ਤੇ ਕਹਿੰਦੇ ਹੋਰ ਕੋਈ ਦਰਵਾਜ਼ਾ ਨਹੀਂ ਲਾਇਆ, ਕਰਤੇ ਬਾਰ ਨਾ ਲਾਈ। ਜੇ ਤੁਸੀਂ ਚਾਹੁੰਦੇ ਹੋ ਵੀ ਇਸ ਤਾਲੇ ਨੂੰ ਖੋਲ ਦਿੱਤਾ ਜਾਵੇ, ਤੇ ਕਹਿੰਦੇ ਕੁੰਜੀ ਕੁਲਫ ਪ੍ਰਾਣ ਕਰ ਰੱਖੇ, ਕੁੰਜੀ ਵੀ ਇਹਦੇ ਵਿੱਚ ਪਾਉਣ ਦੀ ਕੁੰਜੀ ਰੱਖੀ ਹੈ। ਜਦੋਂ ਗੁਰ ਮੰਤਰ ਦਾ ਅਭਿਆਸ ਕਰਾਂਗੇ, ਇਸ ਭਵਜਲ ਦੇ ਵਿੱਚੋਂ ਵਿਚਾਰ ਰੁਕਣਗੇ, ਪਾਉਣ ਸਮ ਹੋਏਗੀ ਤੇ ਦਰ ਖੁੱਲ ਜਾਏਗਾ। ਦਰ ਖੁੱਲ ਜਾਏਗਾ ਤੇ ਉੱਤੋਂ ਚਾਨਣ ਹੋਣ ਲੱਗ ਪਏਗਾ। ਹੁਣ ਚਾਨਣ ਕਿਉਂ ਨਹੀਂ ਹੋ ਰਿਹਾ? ਮਨ ਅਰਧਮੁਖੀ ਹੈ, ਥੱਲੇ ਦੇਖਦਾ ਸਾਰਾ। ਭਵਜਲ ਦੇ ਇੱਥੇ ਹੀ ਸੰਪਰਕ ਹੈ ਸਾਰਾ। ਕਦੇ ਇੱਧਰ ਚਲਿਆ ਜਾਂਦਾ ਹੈ, ਤਮੋ ਗੁਣ 'ਚ ਚਲਿਆ ਜਾਂਦਾ ਹੈ, ਕਦੇ ਰਜੋ ਗੁਣ 'ਚ ਆ ਗਿਆ, ਕਦੇ ਉੱਪਰ ਸਤੋ 'ਚ ਆ ਗਿਆ, ਕਦੇ ਇੱਥੇ 68 ਹੱਟਾਂ ਨੇ ਇਹਦੇ ਵਿੱਚ ਹੀ।
ਇਹ 68 ਨੇ ਹੱਟਾਂ। ਹੁਣ 68 ਹੱਟਾਂ ਦੇ ਵਿੱਚ ਵੱਖ-ਵੱਖ ਪੋਰਸ਼ਨ ਦੇ ਵਿੱਚ ਜਦੋਂ ਮਨ ਵਿਚਰਦਾ ਰਹਿੰਦਾ ਤੇ ਆ ਆਪਣਾ ਖੇਲ ਉੱਪਰ ਵਾਲਾ ਆਪਾਂ ਬੁੱਝਦੇ ਹੀ ਨਹੀਂ, ਸਾਰੀ ਦਿਹਾੜੀ ਥੱਲੋਂ ਵਿਚਾਰ ਆਈ ਜਾਂਦੇ ਆ। ਤੇ ਜਦੋਂ ਗੁਰਮੁਖਾਂ ਨੇ ਸਾਨੂੰ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਈ ਮੰਡਲ ਮੰਡਾ ਹੈ। ਸਾਧੂਆਂ ਨੇ ਸਾਨੂੰ ਗੁਰ ਮੰਤਰ ਦਿੱਤਾ। ਵਾਹਿਗੁਰੂ ਸ਼ਬਦ ਦੀ ਧੁਨ ਦੇ ਵਿੱਚ ਧਿਆਨ ਧਰ ਕੇ ਜਦੋਂ ਅਸੀਂ ਜਾਪ ਜਪਦੇ ਹਾਂ ਵਾਹਿਗੁਰੂ, ਆ ਜਿਹੜਾ ਇਲਾਕਾ ਹੈ ਇਹਨੂੰ ਪਾਰ ਕਰਕੇ ਮਨ ਇੱਥੇ ਆ ਜਾਂਦਾ, ਸਹਿਜ ਦੇ ਦਰ ਤੇ ਆ ਜਾਂਦਾ, ਸੁੰਨ ਚ ਆ ਜਾਂਦਾ। ਜਦੋਂ ਸੁੰਨ ਦੇ ਵਿੱਚ ਇੱਥੋਂ ਪਾਉਣ ਦਾ ਸਮ ਹੁੰਦੀ ਹੈ, ਦਰ ਖੁੱਲ੍ਹਦਾ ਹੈ ਤੇ ਇੱਥੋਂ ਸ਼ਬਦ ਦੀ ਆਵਾਜ਼ ਸੁਣਦੀ ਹੈ, ਸਤਨਾਮ ਪ੍ਰਭ ਕਾ ਸੁਖਦਾਈ ਕੁੰਜੀ ਕੁਲਫ ਪ੍ਰਾਣ ਕਰ ਰਾਖੇ ਕਰਤੇ ਬਾਰ ਨਾ ਲਾਈ। ਜਦੋਂ ਮਨ ਸ਼ਬਦ ਦੁਆਰਾ ਜਾਗੇਗਾ, ਵਿਚਾਰਾਂ ਤੋਂ ਉੱਪਰ ਉੱਠੇਗਾ, ਅਬ ਮਨ ਜਾਗਤ ਰਹੋ ਰੇ ਭਾਈ। ਇੱਥੇ ਆ ਕੇ ਸੌਣਾ ਨਹੀਂ, ਇੱਥੇ ਪਹਿਰਾ ਦੇਣਾ। ਜਦੋਂ ਸੁੰਨ ਤੱਕ ਅਸੀਂ ਆ ਗਏ, ਸੁੰਨ ਤੇ ਫਿਰ ਕਾਲ ਸਾਨੂੰ ਨੀਂਦ ਦਿੰਦਾ ਹੈ। ਸਿਆਮ ਸੁੰਦਰ ਤਜ ਨੀਂਦ ਕਿਉਂ ਆਈ। ਮਾਲਕ ਕਹਿੰਦੇ ਆ ਸੋਹਣੇ ਪਰਮੇਸ਼ਰ ਨੂੰ ਛੱਡ ਕੇ ਤੈਨੂੰ ਨੀਂਦ ਕਿਉਂ ਆ ਗਈ। ਸਿਆਮ ਸੁੰਦਰ ਤਜ ਨੀਂਦ ਕਿਉਂ ਆਈ। ਅੱਗੋਂ ਕਹਿੰਦੇ ਮਹਾ ਮੋਹਣੀ ਦੂਤਾਂ ਲਾਈ। ਆ ਪੰਜ ਇਸੇ ਦਰ ਦੇ ਉੱਤੇ ਖੜੇ ਨੇ। ਪੰਚ ਪਹਿਰੂਆ ਦਰ ਮੈਂ ਰਹਤੇ ਤਿੰਨ ਕਾ ਨਹੀਂ ਪਤਿਆਰਾ। ਚੇਤ ਸੁਚੇਤ ਚਿੱਤ ਹੋਏ ਰਹੋ ਤੌਲੇ ਪ੍ਰਗਾਸ ਉਜਾਰਾ। ਨੌ ਘਰ ਦੇਖ ਜੋ ਕਾਮਣ ਭੁੱਲੀ ਬਸਤ ਅਨੂਪ ਨਾ ਪਾਈ। ਕਹੋ ਕਬੀਰ ਨਵੇਂ ਘਰ ਮੂਸੇ ਦਸਵੇਂ ਤਤ ਸਮਾਈ। ਹੁਣ ਕਾਮਣ ਜਿਹੜੀ ਹੈ ਉਹ ਇਹਨੂੰ ਪਤਾ ਨਹੀਂ ਵੀ ਇੱਥੇ ਐਸ ਦਰ ਦੇ ਉੱਤੇ ਪੰਜੇ ਦੂਤ ਖੜੇ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ। ਇਹ ਜਦੋਂ ਇਸ ਦਰ ਦੇ ਉੱਪਰ ਜਾਂਦੀ ਹੈ, ਸਹਿਜ ਸੁਭਾਏ ਜਾਂਦੀ ਹੈ ਜਾਂ ਗੁਰਮੰਤਰ ਕਰਕੇ ਜਾਂਦੀ ਹੈ, ਉਹ ਇਹਨੂੰ ਨੀਂਦ ਦੇ ਵਿੱਚ ਸਿੱਟ ਕੇ ਇਸ ਸੂਖਮ ਭਵਜਲ ਦੇ ਵਿੱਚ ਆ ਪਾਰ ਕਰ ਲਿਆ ਗੁਰਮੰਤਰ ਦੁਆਰਾ। ਉੱਪਰ ਸੂਖਮ ਜਿਹੜਾ ਉਹਨੂੰ ਨੀਂਦ ਦੇ ਵਿੱਚ ਪਾ ਕੇ ਸਿਆਮ ਸੁੰਦਰ ਤਜ ਨੀਂਦ ਕਿਉਂ ਆਈ। ਮਹਾ ਮੋਹਣੀ ਦੂਤਾਂ ਲਾਈ। ਦੂਤ ਮਹਾ ਮੋਹਣੀ ਲਾ ਦਿੰਦੇ ਆ। ਮਨ ਜਿਹੜਾ ਆ ਜਿੰਨਾ ਮਰਜੀ ਸਿਆਣ ਧਾਰਨ ਕਰਦਾ ਹੋਵੇ, ਜਤੀ ਜੰਗਮ ਹੋਵੇ, ਅਗਨ 'ਚ ਬੈਠ ਕੇ ਭਗਤੀ ਕਰਦਾ ਹੋਵੇ, ਪਾਣੀ 'ਚ ਖੜ ਕੇ ਭਗਤੀ ਕਰਦਾ ਹੋਵੇ, ਮਾਲਾ ਫੇਰਦਾ ਹੋਵੇ, ਭੁੱਖਾ ਹੋਵੇ, ਰੋਟੀ ਨਾ ਖਾਂਦਾ ਹੋਵੇ, ਨੰਗੇ ਪੈਰੀ ਤੁਰਦਾ ਹੋਵੇ, ਘਰ ਪਰਿਵਾਰ ਛੱਡਿਆ ਹੋਵੇ, ਜਤੀ ਜੰਗਮ ਸੰਨਿਆਸੀ ਹੋਵੇ, ਪਰ ਸਰੀਰ ਤੱਕ ਹੈ ਜਦੋਂ ਇੱਥੇ ਆਉਂਦਾ ਫੇਲ ਹੋ ਜਾਂਦਾ ਹੈ। ਸੁੰਨ ਦੇ ਵਿੱਚ ਉਹਨੂੰ ਵਾੜ ਕੇ ਭਵਜਲ 'ਚ ਸਿੱਟ ਦਿੰਦੇ ਆ। ਸਰੀਰ ਨੂੰ ਸਾਧੀ ਜਾਂਦਾ ਹੈ, ਅੱਗੇ ਦਾ ਰਸਤਾ ਨਹੀਂ ਪਤਾ। ਤੇ ਮਹਾਰਾਜ ਕਹਿੰਦੇ ਚੇਤ ਸੁਚੇਤ ਚਿੱਤ ਹੋਏ ਰਹੋ ਤੋ ਲੈ ਪ੍ਰਕਾਸ਼ ਉਜਾਰਾ। ਇੱਥੇ ਚੇਤਨ ਅਵਸਥਾ ਦੇ ਵਿੱਚ ਬੈਠਣਾ, ਇਸ ਪੁਆਇੰਟ ਤੇ ਫਿਰ ਚੇਤਨ ਅਵਸਥਾ ਦੇ ਵਿੱਚ ਬੈਠਣਾ ਹੈ। ਚੇਤ ਸੁਚੇਤ ਚਿੱਤ ਹੋਏ ਰਹੋ। ਚੇਤ ਸੁਚੇਤ ਚਿੱਤ ਹੋਏ ਰਹੋ ਤੋ ਲੈ ਪ੍ਰਕਾਸ਼ ਉਜਾਰਾ। ਫਿਰ ਇੱਥੇ ਚਾਨਣ ਹੋਏਗਾ। ਜੇ ਇੱਥੇ ਬੈਠੋਗੇ ਤਾਂ ਦਰ ਦੇ ਉੱਪਰ ਨਹੀਂ ਜਾਣਾ, ਨੀਂਦ 'ਚ ਨਹੀਂ ਜਾਣਾ, ਫੁਰਨਿਆਂ 'ਚ ਨਹੀਂ ਆਉਣਾ। ਸਹਿਜ ਦੇ ਵਿੱਚ ਪਾਉਣ ਤੋਂ ਰਹਿਤ ਹੋ ਕੇ ਅਭਿਆਸ ਕਰਕੇ, ਜਿਵੇਂ ਤੁਸੀਂ ਅਭਿਆਸ ਕੀਤਾ ਨਾ, ਇੱਥੇ ਫਿਰ ਸੁੰਨ ਦੇ ਵਿੱਚ ਧਿਆਨ ਅਵਸਥਾ ਦੇ ਵਿੱਚ ਬੈਠਣਾ, ਪਾਉਣ ਤੋਂ ਵੱਖ ਹੋ ਕੇ। ਤੇ ਕਹਿੰਦੇ ਪਏ ਨੇ ਅਬ ਮਨ ਜਾਗਤ ਰਹੋ ਰੇ ਭਾਈ। ਇੱਥੇ ਜਾਗਣਾ ਪਏਗਾ। ਸਰੀਰ ਸਹਿਜ ਹੋ ਜਾਏਗਾ, ਮਨ ਜਾਗੇਗਾ। ਗਾਫਲ ਹੋ ਕੇ ਜਨਮ ਗਵਾਇਓ ਚੋਰ ਮੂਸੇ ਘਰ ਜਾਈ। ਚੋਰਾਂ ਮੂਸਿਆਂ ਦੇ ਨਾਲ ਰਲ ਕੇ ਇਹਨਾਂ ਦੇ ਘਰ ਹੀ ਤੂੰ ਫਿਰੀ ਗਿਆ, ਆਪ ਦੇ ਘਰ ਤਾਂ ਗਿਆ ਹੀ ਨਹੀਂ। ਜਿਹੜਾ ਆ ਉੱਤੇ ਪਰਮੇਸ਼ਰ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਇਹ ਵੱਡ ਉੱਚਾ ਹੋਵੇ ਕੋਈ ਤੇ ਸੁੱਚੇ ਕੋ ਜਾਣੇ ਸੋਏ। ਆਪਾਂ ਤਾਂ ਹੁਣ ਆਕਾਰਾਂ ਦੇ ਨਾਲ ਜੁੜ ਗਏ, ਆਕਾਰਾਂ ਨੂੰ ਪੂਜ ਰਹੇ ਹਾਂ, ਆਕਾਰਾਂ ਨੂੰ ਵਸਾ ਰਹੇ ਹਾਂ ਮਨ ਦੇ ਵਿੱਚ। ਇਹ ਵੱਡ ਉੱਚੇ ਹੋਏ ਨਹੀਂ ਆਪਾਂ। ਤੇ ਮਹਾਰਾਜ ਕਹਿੰਦੇ ਕਹੋ ਕਬੀਰ ਨਵੇਂ ਘਰ ਮੂਸੇ ਦਸਵੇਂ ਤਤ ਸਮਾਈ। ਇੱਥੇ ਉੱਪਰ ਪ੍ਰਕਾਸ਼ ਹੈ ਤੇ ਤੁਸੀਂ ਇਸ 6 ਗੋਲਾਕਾਰ ਥੰਮਿਆਂ ਦਾ ਖੱਟ ਨੇਮ ਕਰ ਜਿਹੜੀ ਕੋਠੜੀ ਬੰਧੀ ਹੋਈ ਹੈ, ਪਾਉਣ ਦੀ ਜਿਹੜੀ ਕੋਠੜੀ, ਇਹਦੇ ਸਰੀਰ ਦਾ ਭੇਤ ਲਓ, ਇਹਦਾ ਭੇਤ ਨਹੀਂ ਲਿਆ। ਤੁਸੀਂ ਨੇਤਰ ਖੋਲਦੇ ਹੋ, ਆਕਾਰਾਂ ਦੇ ਨਾਲ ਜੁੜ ਜਾਂਦੇ ਹੋ, ਸਿੱਧਾ ਸੰਸਾਰੀ ਆਕਾਰਾਂ ਦੇ ਨਾਲ ਜੁੜ ਜਾਂਦੇ ਹੋ। ਇਹ ਨਹੀਂ ਆਪਾਂ ਆਪਦੇ ਸੂਖਮ ਮਨ ਜੋਤ ਰੂਪੀ ਪ੍ਰਕਾਸ਼ ਦਾ ਭੇਤ ਨਹੀਂ ਲੈਂਦੇ।
ਤੇ ਜਿਹੜਾ ਕਾਲ ਹੈ ਉਹ ਹਉਮੈ ਦਾ ਮਦ ਸਾਨੂੰ ਪਿਆਰਿਆ। ਜਿਵੇਂ ਵਿਚਾਰ ਆਉਂਦਾ ਹੈ, ਵਿਚਾਰ ਆਪਦੀ ਤਾਕਤ ਨਾਲ ਲੈ ਕੇ ਆਉਂਦਾ ਹੈ। ਵਿਚਾਰ ਆਇਆ, ਵਿਚਾਰ ਦੇ ਵਿੱਚ ਜ਼ਹਿਰ ਹੁੰਦੀ ਹੈ, ਵਿਚਾਰ ਦੇ ਨਾਲ ਜਲ ਹੁੰਦਾ ਹੈ, ਪੌਣ, ਪਾਣੀ, ਵਸੰਤਰ, ਇਹ ਤਿੰਨੇ ਮਿਲ ਕੇ ਇੱਕ ਫੁਰਨਾ ਬਣਾਉਂਦੇ ਆ। ਪੌਣ, ਪਾਣੀ, ਬਸੰਤਰ ਤਿੰਨੇ ਮਿਲ ਕੇ ਫੁਰਨਾ ਬਣਾਉਂਦੇ ਨੇ। ਪੌਣ ਵਿੱਚ ਤਾਂ ਸਿਰਫ ਤਰਕ ਆਉਂਦਾ ਹੈ, ਵਿਚਾਰ ਆਉਂਦਾ ਹੈ, ਸੋਚ ਆਉਂਦੀ ਹੈ। ਪਾਣੀ ਜਿਹੜਾ ਉਸ ਵਿਚਾਰ ਦਾ ਨਾਲ ਜ਼ਹਿਰ ਦਾ ਕੰਮ ਕਰਦਾ, ਮਦ ਦਾ ਕੰਮ ਕਰਦਾ। ਹਉਮੈ ਮਦ ਜਿਹਨੂੰ ਕਿਹਾ ਗੁਰਬਾਣੀ 'ਚ, ਕਾਮ ਮਦ ਕਿਹਾ, ਕ੍ਰੋਧ ਮਦ ਕਿਹਾ। ਅਗਨ ਜਿਹੜੀ ਹੈ ਉਸ ਜ਼ਹਿਰ ਨੂੰ ਭੜਕਾ ਕੇ ਸਾਡੇ ਰੋਮਾਂ ਦੇ ਵਿੱਚ ਵਾੜ ਦਿੰਦੀ ਹੈ। ਜੋ ਕਾਲ ਸੋਚ ਦਿੰਦਾ ਹੈ ਉਸ ਨੂੰ ਪੌਣ, ਪਾਣੀ, ਅਗਨੀ ਦੀ ਸਹਾਇਤਾ ਨਾਲ ਮਾਇਆ ਸਾਡੇ ਅੰਦਰ ਵਸਾ ਦਿੰਦੀ ਹੈ। ਸਹਿਜ ਦੀ ਖੋਜ ਹੈ। ਤੇ ਮਨ ਇਸ ਭਵਜਲ ਚੋਂ ਠਾ ਟੱਟਾਂ ਚੋਂ ਨਿਕਲ ਹੀ ਨਹੀਂ ਸਕਦਾ। ਮਾਈ ਮੋਏ ਅਵਰ ਨਾ ਜਾਣਿਓ ਅਨਾਨਾ, ਸਿਵ ਸਨਕਾਦ ਜਾਸ ਗੁਣ ਗਾਵੇ, ਤਾਸ ਬਸੈ ਮੋਹਿ ਪ੍ਰਾਨਾਨਾ। ਆਪ ਦਾ ਖੇਲ ਨਹੀਂ ਬੁਝਿਆ। ਜਿਵੇਂ ਕਿਸੇ ਦੂਜੇ ਨੇ ਦੱਸ ਦਿੱਤਾ, ਜਿਵੇਂ ਪੜ੍ਹ ਲਿਆ ਉਵੇਂ ਹੀ ਅੱਗੇ ਆਪ ਪੜ੍ਹਨ ਲੱਗੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੰਨੀ ਦੇਰ ਤੱਕ ਆਪ ਦੇ ਖੇਲ ਦਾ ਭੇਤ ਹੀ ਨਹੀਂ ਆਇਆ ਵੀ ਮੇਰਾ ਮਨ ਕਿਵੇਂ ਸਰੀਰ ਚੋਂ ਵੱਖ ਹੁੰਦਾ ਹੈ, ਕਿਵੇਂ ਸਰੀਰ ਦੇ ਵਿੱਚ ਵਾਪਸ ਆਉਂਦਾ ਹੈ। ਮਨ ਰੇ ਛਾਡੋ ਭਰਮ, ਪ੍ਰਗਟ ਹੋਏ ਨਾਚੋ ਇਆ ਮਾਇਆ ਕੇ ਡਾਂਡੇ। ਡਗਮਗ ਛਾੜ ਰੇ ਮਨ ਬੌਰਾ, ਅਬ ਤੋ ਜਰੇ ਮਰੇ ਸਿਧ ਪਾਈਏ, ਲੀਨੋ ਹਾਸ ਸੰਦੌਰਾ। ਕਾਮ ਕ੍ਰੋਧ ਮਾਇਆ ਕੇ ਲੀਨੇ, ਇਆ ਬਿਦ ਜਗਤ ਬਿਗੂਤਾ, ਕਹੇ ਕਬੀਰ ਰਾਜਾ ਰਾਮ ਨਾ ਛੋਡੂ ਸਗਲ ਉਚਤੇ ਉੱਚਾ। ਮਹਾਰਾਜ ਜੀ ਕਹਿੰਦੇ ਡਗਮਗ ਛੱਡਣੀ ਪੈ ਗਈ। ਸਿਮਰਨ ਕਰਕੇ ਆਪ ਦੇ ਅੰਤਰਗਤ ਸਹਿਜ ਦੇ ਵਿੱਚ ਬੈਠੋ। ਸਹਿਜ ਦੇ ਵਿੱਚ ਬੈਠ ਕੇ 10ਵੇਂ ਘਰ ਦੇ ਵਿੱਚ ਜਿਹੜਾ ਅੰਮ੍ਰਿਤ ਰਸ ਰੱਖਿਆ ਹੋਇਆ ਹੈ, ਜੋ ਕਿ ਧਿਆਨ ਦੁਆਰਾ ਉੱਥੇ ਬੈਠਣ ਤੇ ਸਹਿਜ ਸੁਭਾਅ ਸਾਡੇ ਮਨ ਨੂੰ ਪ੍ਰਾਪਤ ਹੋ ਜਾਂਦਾ ਹੈ। ਜਦੋਂ ਤੁਸੀਂ ਗੁਰਮੰਤਰ ਦਾ ਅਭਿਆਸ ਕਰਕੇ ਨਿਜ ਸੁਨ ਦੇ ਵਿੱਚ, ਆ ਨਿਜ ਸੁਨ ਹੈ, ਆ ਥਿਰ ਸੁਨ ਹੈ, ਇਹ ਮਹਿਲ ਹੈ। ਸਿਮਰਨ ਕਰਕੇ ਉਹਦੇ ਵਿੱਚ ਸਹਿਜ ਸੁਭਾਅ ਤੁਸੀਂ ਬੈਠੋਗੇ, ਤੁਹਾਡਾ ਮਨ ਜਿਹੜਾ ਸਹਿਜ ਹੀ ਅੰਮ੍ਰਿਤ ਰਸ ਤੇ ਜੋਤ ਦੇ ਦਰਸ਼ਨ ਕਰ ਲੇਗਾ। ਕਿਉਂਕਿ ਦਰ ਨਹੀਂ ਖੁੱਲ੍ਹਦਾ ਪਿਆ। ਜਦੋਂ ਦਰ ਖੁੱਲ੍ਹ ਜਾਂਦਾ ਸਹਿਜ ਹੀ ਉਤੋਂ ਚਾਨਣ ਪੈਣ ਲੱਗ ਜਾਂਦਾ। ਜਿਸ ਤਰ੍ਹਾਂ ਅੰਦਰ ਆਪਾਂ ਗੁਰੂ ਘਰ 'ਚ ਬੈਠੇ ਹਾਂ, ਬਾਹਰ ਕੋਈ ਪ੍ਰਕਾਸ਼ ਦੇ ਇਸ ਦਰਵਾਜ਼ੇ ਦੀ ਓਟ ਹੈ ਵਿੱਚੋਂ, ਬਾਹਰ ਕੋਈ ਖੜਾ ਇਸ ਦੀ ਜਿੰਨੀ ਮਰਜ਼ੀ ਉਸਤਤ ਕਰੀ ਜਾਏ, ਅੰਦਾਜ਼ੇ ਲਾਈ ਜਾਏ, ਜਿਵੇਂ ਦਰਵਾਜ਼ਾ ਖੋਲ੍ਹ ਕੇ ਅੰਦਰ ਆਏਗਾ ਚਾਨਣ, ਵਿਚਾਰ ਚੱਲ ਰਹੀ ਹੈ। ਇਸੇ ਤਰ੍ਹਾਂ ਜਦੋਂ ਇੱਥੋਂ ਦਰ ਖੋਲ੍ਹ ਕੇ ਸੁਰਤੀ ਅੰਦਰ ਵਿੱਚ ਪ੍ਰਵੇਸ਼ ਕਰਦੀ ਹੈ, ਇੱਥੇ ਕਿਤੇ ਮੱਥੇ ਤੇ ਧਿਆਨ ਨਹੀਂ ਲਾਉਣਾ, ਕੋਈ ਤ੍ਰਿਕੁਟੀ ਤੇ ਨਹੀਂ, ਇੱਥੋਂ ਸੁੰਨ ਹੈ। ਸੁੰਨ ਦਾ ਦਰ ਖੋਲ੍ਹ ਕੇ ਅੰਦਰ ਅਸੀਂ ਪ੍ਰਵੇਸ਼ ਕਰਦੇ ਹਾਂ, ਇੱਥੇ ਪੁਆਇੰਟ ਹੈ, ਉੱਥੇ ਚਾਨਣ ਹੁੰਦਾ ਪਿਆ। ਬਸ ਪ੍ਰਵੇਸ਼ ਕਰਨਾ, ਉੱਥੇ ਅੰਮ੍ਰਿਤ ਦਾ ਖੇਲ ਚੱਲ ਰਿਹਾ, ਉੱਥੇ ਅੰਮ੍ਰਿਤ ਹੀ ਅੰਮ੍ਰਿਤ ਹੈ। ਮਨ ਉਸ ਨੂੰ ਅਨੁਭਵ ਕਰਦਾ ਹੈ। ਸਰੀਰ ਨੌ ਘਰ ਦੇਖ ਜੋ ਕਾਮਣ ਭੁੱਲੀ, ਇਹ 9 ਘਰਾਂ ਨੂੰ ਦੇਖ ਕੇ ਆਪਾਂ ਭੁੱਲ ਗਏ ਹਾਂ। ਤੇ ਮਹਾਰਾਜ ਜੀ ਕਹਿੰਦੇ 9 ਦਰ ਦੇਖ ਜੋ ਕਾਮਣ ਭੁੱਲੀ, ਬਸਤ ਅਨੂਪ ਨਾ ਪਾਈ। ਫਿਰ ਉਹਨੂੰ ਆਹ ਵਸਤ ਨਹੀਂ ਮਿਲਦੀ। ਤੇ ਜਦੋਂ 9 ਦਰਾਂ ਤੋਂ ਉੱਪਰ ਉੱਠ ਗਏ, ਕਹਿ ਕਬੀਰ ਨਵੇਂ ਧਰਮ ਉਸੇ 10ਵੇਂ ਤਤ ਸਮਾਈ। ਸੋ ਆਓ ਆਪਾਂ ਸਹਿਜ ਸਿਮਰਨ ਕਰੀਏ। ਸੁਰਤੀ ਨੂੰ ਸਹਿਜ ਦੇ ਵਿੱਚ ਲਿਜਾ ਕੇ ਜੋ 9 ਘਰਾਂ ਤੋਂ ਉੱਪਰ 10ਵੇਂ ਘਰ ਦੀ ਖੇਲ ਸਮਝਾਈਏ। ਆਓ ਆਪਾਂ ਫਿਰ ਥੋੜ੍ਹਾ ਜਿਹਾ ਪ੍ਰੈਕਟੀਕਲ ਕਰਦੇ ਹਾਂ। ਹਾਂਜੀ, ਕਰੋ ਸ਼ੁਰੂ ਜੀ। ਵਾਹਿਗੁਰੂ।